सत श्री अकाल। तुसीं वेख रहे हो पंजाब मेल USA TV। मैं हाँ संजीव यश खन्ना। खबरां दे बुलेटिन दे विच स्वागत। खबरां दे बुलेटिन दे स्पॉन्सर ने रियल्टर गुरजतिंदर सिंह रंधावा। हर तरह की प्रॉपर्टी खरीदण अते वेचण लई तुसीं उन्हां नूं स्क्रीन ते फ्लैश होए नंबर्स ते संपर्क कर सकते हो। पेश ने चोणवीआं खबरां। 1.49 ਲੱਖ ਭਾਰਤੀਆਂ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਦੋਸ਼। ਕੈਨੇਡਾ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ 9 ਵਿਅਕਤੀਆਂ ਦੀ ਬਚਾਈ ਗਈ ਜਾਨ। ਕੈਨੇਡਾ ਨੂੰ ਖੇਤੀਬਾੜੀ ਲਈ 30,000 ਨਵੇਂ ਪ੍ਰਵਾਸੀਆਂ ਦੀ ਲੋੜ। ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕੀਤੇ ਗਏ 17 ਸਿੱਖਾਂ ਵਿੱਚ 2 ਭਾਰਤੀ ਸ਼ਾਮਿਲ, ਦੋਹਾਂ ਤੇ ਲੱਗੇ ਕਤਲ ਦੇ ਦੋਸ਼। ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ ਵਿੱਚ ਕਰਵਾਈ ਬੱਲੇ ਬੱਲੇ, ਹਾਸਿਲ ਕੀਤਾ ਵੱਡਾ ਮੁਕਾਮ। ਲਾਪਤਾ ਭਾਰਤੀ ਅਮਰੀਕੀ ਸਾਫਟਵੇਅਰ ਇੰਜੀਨੀਅਰ ਦੀ ਮਿਲੀ ਲਾਸ਼। ਕੈਨੇਡਾ ਵਿੱਚ 1 ਲੱਖ ਤੋਂ ਵਧੇਰੇ ਸੰਘੀ ਕਾਮੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਤੇ। ਆਸਟ੍ਰੇਲੀਆ 8 ਇੰਡੋਨੇਸ਼ੀਆਈ ਮਛੇਰਿਆਂ ਦੀ ਮੌਤ ਦਾ ਖਦਸ਼ਾ, 11 ਹੋਰ ਬਚਾਏ ਗਏ। ਅਮਰੀਕਾ ਦੇ ਮੈਨਹਟਨ ਵਿੱਚ ਕਾਰ ਪਾਰਕਿੰਗ ਡਿੱਗਣ ਕਾਰਨ 1 ਮੌਤ, 5 ਜ਼ਖਮੀ। ਅਮਰੀਕਾ ਵਿੱਚ ਇੱਕ ਘਰ ਵਿੱਚੋਂ 4 ਲਾਸ਼ਾਂ ਬਰਾਮਦ, 1 ਸ਼ੱਕੀ ਗ੍ਰਿਫਤਾਰ। ਸਰਕਾਰ ਨੂੰ ਸੁਡਾਨ ਵਿੱਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੀ ਅਪੀਲ। ਭਾਰਤ ਆਬਾਦੀ ਪੱਖੋਂ ਵਿਸ਼ਵ ਦਾ ਅਵਲ ਨੰਬਰ ਮੁਲਕ ਬਣਿਆ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ 1.49 ਲੱਖ ਭਾਰਤੀ ਫੜੇ ਗਏ ਨੇ। US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਇੱਕ ਰਿਪੋਰਟ ਇਹ ਜਾਣਕਾਰੀ ਦਿੰਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 1,49,000 ਭਾਰਤੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅਜਿਹੇ ਭਾਰਤੀ ਇਹ ਵੀ ਜਾਣਦੇ ਨੇ ਕਿ ਅਮਰੀਕੀ ਸਰਹੱਦ ਪਾਰ ਕਰਨਾ ਇੱਕ ਜੋਖਮ ਭਰਿਆ ਕੰਮ ਹੈ, ਪਰ ਉਹ ਖੁਦ ਨੂੰ ਇਸ ਖਤਰੇ ਵਿੱਚ ਪਾਉਂਦੇ ਨੇ। ਇਹ ਦਰਸਾਉਂਦਾ ਹੈ ਕਿ ਅਮਰੀਕਨ ਡ੍ਰੀਮ ਬਹੁਤ ਸਾਰੇ ਭਾਰਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇੱਕ ਸਮਾਚਾਰ ਏਜੰਸੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਨਵਰੀ 2022 ਵਿੱਚ 5,459 ਭਾਰਤੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਫੜੇ ਗਏ ਸਨ। ਘੱਟੋ ਘੱਟ 708 ਨੂੰ ਅਮਰੀਕਾ ਕੈਨੇਡਾ ਸਰਹੱਦ ਤੇ ਫੜਿਆ ਗਿਆ। ਜਨਵਰੀ 2023 ਵਿੱਚ ਇਹ ਸੰਖਿਆ 35.9% ਵੱਧ ਕੇ 7,421 ਹੋ ਗਈ। ਅਧਿਕਾਰੀਆਂ ਨੇ ਅਮਰੀਕਾ ਕੈਨੇਡਾ ਸਰਹੱਦ ਤੇ 2,478 ਨੂੰ ਹਿਰਾਸਤ ਵਿੱਚ ਲਿਆ। ਰਿਪੋਰਟ ਦੱਸਦੀ ਹੈ ਕਿ ਉੱਤਰ ਵਿੱਚ ਕੈਨੇਡਾ ਜਾਂ ਦੱਖਣ ਵਿੱਚ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀਆਂ 2,663 ਕੋਸ਼ਿਸ਼ਾਂ ਦੌਰਾਨ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਵਿੱਚ ਗੁਜਰਾਤ ਪੁਲਿਸ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਹਿਰਾਸਤ ਵਿੱਚ ਲਏ ਗਏ ਜ਼ਿਆਦਾਤਰ ਲੋਕ ਗੁਜਰਾਤ ਅਤੇ ਪੰਜਾਬ ਦੇ ਨੇ। ਅਮਰੀਕਾ ਅਤੇ ਕੈਨੇਡਾ ਵਿੱਚ ਵੀ ਅਜਿਹੀਆਂ ਘਟਨਾਵਾਂ ਨੇ ਜਿੱਥੇ ਨਾਬਾਲਗਾਂ ਸਮੇਤ ਵੀ ਕਈ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਅਮਰੀਕਾ ਸਰਹੱਦ ਤੇ ਗੁਜਰਾਤ ਦੇ ਡਿੰਗੂਜਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ -35 ਡਿਗਰੀ ਸੈਲਸੀਅਸ ਤਾਪਮਾਨ ਸੀ। ਇਸ ਸਾਲ ਹੋਰ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਜਿਸ ਵਿੱਚ ਗੁਜਰਾਤ ਦੇ ਮਹਿਸਾਣਾ ਤੋਂ ਇੱਕ ਪਰਿਵਾਰ ਦੇ 4 ਮੈਂਬਰ ਮਾਰਚ ਵਿੱਚ ਸੇਂਟ ਲਾਰੈਂਸ ਨਦੀ ਵਿੱਚ ਕਿਸ਼ਤੀ ਦੇ ਪਲਟ ਜਾਣ ਕਾਰਨ ਡੁੱਬ ਗਏ। ਦਸੰਬਰ 2023 ਵਿੱਚ ਗੁਜਰਾਤ ਦੇ ਇੱਕ ਹੋਰ ਵਿਅਕਤੀ ਦੇ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੀ ਪਤਨੀ ਅਤੇ 3 ਪੁੱਤਰਾਂ ਨਾਲ ਅਮਰੀਕਾ ਮੈਕਸੀਕੋ ਸਰਹੱਦ ਤੇ ਦੀਵਾਰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਅਮਰੀਕਾ ਵਿੱਚ ਭਾਰਤੀਆਂ ਦਾ ਗੈਰ ਕਾਨੂੰਨੀ ਪ੍ਰਵੇਸ਼ ਜਾਰੀ ਹੈ। US ਬਾਰਡਰ ਪੈਟਰੋਲ ਨੇ 9,648 ਭਾਰਤੀ ਸ਼ਰਨਾਰਥੀਆਂ ਨੂੰ ਰੋਕਿਆ। ਇਨ੍ਹਾਂ ਵਿੱਚੋਂ ਘੱਟੋ ਘੱਟ 2,299 ਨੇ ਅਮਰੀਕਾ ਕੈਨੇਡਾ ਸਰਹੱਦ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਤੋਂ ਗੈਰ ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਏ 9 ਵਿਅਕਤੀਆਂ ਨੂੰ ਸਬ ਫ੍ਰੀਜ਼ਿੰਗ ਦਲਦਲ ਤੋਂ ਬਚਾਇਆ ਗਿਆ ਅਤੇ ਠੰਡ ਲੱਗਣ ਕਾਰਨ ਉਹਨਾਂ ਦਾ ਡਾਕਟਰੀ ਇਲਾਜ ਦਿੱਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 9 ਵਿਅਕਤੀ ਜਿਨ੍ਹਾਂ ਦੀ ਉਮਰ 19 ਤੋਂ 46 ਦੇ ਵਿਚਕਾਰ ਹੈ, ਮੰਗਲਵਾਰ ਨੂੰ ਕੈਨੇਡੀਅਨ ਸਰਹੱਦ ਦੇ ਦੱਖਣ ਵਿੱਚ ਲਗਭਗ 7.5 ਮੀਲ 12 ਕਿਲੋਮੀਟਰ ਦੱਖਣ ਵਿੱਚ ਇੱਕ ਛੋਟੀ ਝੀਲ ਦੇ ਕਿਨਾਰੇ ਮਿਨੇਸੋਟਾ ਭਾਈਚਾਰੇ ਦੇ ਵਾਰ ਰੋਡ ਨੇੜੇ ਲੱਭੇ ਗਏ। ਇਹ ਇਲਾਕਾ ਅਧਿਕਾਰਿਤ ਪੋਰਟ ਆਫ ਐਂਟਰੀ ਦੇ ਦੱਖਣ ਪੱਛਮ ਵੱਲ ਹੈ। ਇੱਕ ਬਾਰਡਰ ਪੈਟਰੋਲ ਦੇ ਬਿਆਨ ਵਿੱਚ ਕਿਹਾ ਗਿਆ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਪੁਰਸ਼ਾਂ ਦੇ ਸਮੂਹ ਵਿੱਚ ਕਿਸੇ ਵਿਅਕਤੀ ਨੇ ਐਮਰਜੈਂਸੀ ਫੋਨ ਕਾਲ ਕੀਤੀ ਸੀ। ਇਸ ਮਗਰੋਂ ਸਵੇਰੇ 5 ਵਜੇ ਦੇ ਕਰੀਬ US ਬਾਰਡਰ ਪੈਟਰੋਲ ਏਜੰਟ ਅਤੇ ਹੋਰ ਏਜੰਸੀਆਂ ਦੇ ਬਚਾਓ ਕਰਤਾਵਾਂ ਨੂੰ ਖੇਤਰ ਵਿੱਚ ਭੇਜਿਆ ਗਿਆ। ਆਦਮੀ ਇੱਕ ਹੜ੍ਹ ਦੀ ਦਲਦਲ ਵਿੱਚ
ਪਾਏ ਗਏ ਸਨ। ਬਿਆਨ ਵਿੱਚ ਕਿਹਾ ਗਿਆ ਕਿ ਜਦੋਂ ਏਜੰਟ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਨਿਰਧਾਰਿਤ ਕੀਤਾ ਕਿ ਬੌਗ ਵਿੱਚ ਤਾਪਮਾਨ ਠੰਡ ਤੋਂ ਹੇਠਾਂ ਸੀ ਅਤੇ ਉਹਨਾਂ ਨੂੰ ਸਮੂਹ ਤੱਕ ਪਹੁੰਚਣ ਲਈ ਵਿਸ਼ੇਸ਼ ਉਪਕਰਨਾਂ ਦੀ ਜ਼ਰੂਰਤ ਹੋਵੇਗੀ। ਏਜੰਟ ਸੁਰੱਖਿਆ ਸੂਟ ਪਹਿਨ ਕੇ ਪੁਰਸ਼ਾਂ ਨੂੰ ਠੰਡੇ ਪਾਣੀ ਚੋਂ ਬਚਾਉਣ ਦੇ ਯੋਗ ਸਨ। ਪੁਰਸ਼ਾਂ ਨੂੰ ਇਲਾਜ ਲਈ ਮੈਡੀਕਲ ਸਹੂਲਤਾਂ ਵਿੱਚ ਲਿਜਾਇਆ ਗਿਆ ਅਤੇ 7 ਨੂੰ ਬਾਅਦ ਵਿੱਚ ਇਮੀਗ੍ਰੇਸ਼ਨ ਦੀ ਹਿਰਾਸਤ ਵਿੱਚ ਲੈ ਲਿਆ ਗਿਆ। ਬਾਕੀ 2 ਆਦਮੀਆਂ ਦੀਆਂ ਸਥਿਤੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ। ਬਾਰਡਰ ਗਸ਼ਤੀ ਨੇ ਕਿਹਾ ਕਿ ਪੁਰਸ਼ਾਂ ਵਿੱਚੋਂ 7 ਮੈਕਸੀਕਨ ਨਾਗਰਿਕ ਸਨ, ਪਰ ਪੁਰਸ਼ਾਂ ਦੀ ਨਾਗਰਿਕਤਾ ਬਾਰੇ ਕੋਈ ਫੌਰੀ ਤੌਰ ਤੇ ਜਾਣਕਾਰੀ ਨਹੀਂ ਹੈ ਕਿਉਂਕਿ ਉਹਨਾਂ ਦੀ ਸਥਿਤੀ ਕਾਰਨ ਅਜੇ ਵੀ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਨਵਰੀ 2022 ਵਿੱਚ ਬਰਫੀਲੇ ਤੂਫਾਨ ਦੌਰਾਨ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਭਾਰਤ ਦੇ ਇੱਕ ਪਰਿਵਾਰ ਦੇ 4 ਮੈਂਬਰਾਂ, ਜਿਨ੍ਹਾਂ ਵਿੱਚ 3 ਅਤੇ 11 ਸਾਲ ਦੇ 2 ਬੱਚੇ ਸ਼ਾਮਿਲ ਸਨ, ਉਹਨਾਂ ਦੀ ਮੌਤ ਹੋ ਗਈ ਸੀ। ਉਹ 11 ਲੋਕਾਂ ਦੇ ਸਮੂਹ ਵਿੱਚ ਸਨ ਜੋ ਮਿਨੇਸੋਟਾ ਉੱਤਰੀ ਡਕੋਟਾ ਸਰਹੱਦ ਦੇ ਨੇੜੇ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਤੋਂ ਵੱਖ ਹੋਣ ਤੋਂ ਬਾਅਦ ਉਹਨਾਂ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਐਮਰਸਨ ਮੈਨੀਟੋਬਾ ਦੇ ਨੇੜੇ US ਸਰਹੱਦ ਤੋਂ ਕੁਝ ਗਜ਼ ਦੀ ਦੂਰੀ ਤੇ ਮਿਲੀਆਂ ਸਨ। ਕੈਨੇਡਾ ਨੂੰ ਅਗਲੇ ਦਹਾਕੇ ਦੌਰਾਨ 30,000 ਨਵੇਂ ਸਥਾਈ ਪ੍ਰਵਾਸੀਆਂ ਦੀ ਲੋੜ ਹੈ ਜੋ ਜਾਂ ਤਾਂ ਆਪਣੇ ਖੁਦ ਦੇ ਫਾਰਮ ਸ਼ੁਰੂ ਕਰ ਸਕਦੇ ਨੇ ਜਾਂ ਖੇਤੀਬਾੜੀ ਉਦਯੋਗ ਵਿੱਚ ਵੱਧ ਰਹੇ ਮਜ਼ਦੂਰ ਸੰਕਟ ਨਾਲ ਨਜਿੱਠਣ ਲਈ ਮੌਜੂਦਾ ਫਾਰਮਾਂ ਨੂੰ ਸੰਭਾਲ ਸਕਦੇ ਨੇ। ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਰਾਇਲ ਬੈਂਕ ਆਫ ਕੈਨੇਡਾ ਦੀ ਖੋਜ ਦੇ ਅਨੁਸਾਰ 40% ਕੈਨੇਡੀਅਨ ਫਾਰਮ ਆਪਰੇਟਰ 2033 ਤੱਕ ਸੇਵਾ ਮੁਕਤ ਹੋ ਜਾਣਗੇ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਕਾਮਿਆਂ ਦੀ ਲੋੜ ਵੱਧ ਜਾਵੇਗੀ। ਇਸੇ ਸਮੇਂ ਦੌਰਾਨ 24,000 ਜਨਰਲ ਫਾਰਮ, ਨਰਸਰੀ ਅਤੇ ਗ੍ਰੀਨ ਹਾਊਸ ਵਰਕਰਾਂ ਦੀ ਕਮੀ ਦੇ ਸਾਹਮਣੇ ਆਉਣ ਦੀ ਉਮੀਦ ਹੈ ਅਤੇ 10 ਸਾਲਾਂ ਵਿੱਚ ਅੱਜ ਦੇ 60% ਫਾਰਮ ਸੰਚਾਲਕਾਂ ਦੀ ਉਮਰ 65 ਸਾਲ ਤੋਂ ਵੱਧ ਹੋਵੇਗੀ, ਯਾਨੀ ਰਿਟਾਇਰਮੈਂਟ ਦੇ ਨੇੜੇ। ਅਧਿਐਨ ਵਿੱਚ ਕਿਹਾ ਗਿਆ ਕਿ ਇਸ ਸਭ ਦੇ ਵਿਚਕਾਰ 66% ਉਤਪਾਦਕਾਂ ਕੋਲ ਉੱਤਰਾਧਿਕਾਰੀ ਯੋਜਨਾ ਨਹੀਂ ਹੈ, ਜਿਸ ਨਾਲ ਖੇਤਾਂ ਦੇ ਭਵਿੱਖ ਸੰਬੰਧੀ ਸ਼ੱਕ ਹੈ। ਕੈਨੇਡਾ ਦਾ ਖੇਤੀਬਾੜੀ ਖੇਤਰ ਦੁਨੀਆ ਵਿੱਚ ਸਭ ਤੋਂ ਵੱਧ ਵਿਭਿੰਨਤਾਵਾਂ ਵਿੱਚੋਂ ਇੱਕ ਹੈ। ਹਾਲਾਂਕਿ ਵਿਦੇਸ਼ੀ ਕਾਮਿਆਂ ਦੀ ਮੰਗ ਦੀ ਡਿਗਰੀ ਸੂਬੇ ਅਤੇ ਸੰਚਾਲਨ ਦੁਆਰਾ ਮਹੱਤਵਪੂਰਨ ਤੌਰ ਤੇ ਵੱਖਰੀ ਹੈ। ਜਦੋਂ ਵਧੇਰੇ ਹੁਨਰਮੰਦ ਫਾਰਮ ਆਪਰੇਟਰਾਂ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਨੇ ਹਮੇਸ਼ਾ ਭਾਰਤ, ਨੀਦਰਲੈਂਡ, ਚੀਨ, ਅਮਰੀਕਾ ਅਤੇ UK ਤੋਂ ਉਹਨਾਂ ਦਾ ਸਵਾਗਤ ਕੀਤਾ ਹੈ। ਅਧਿਐਨ ਵਿੱਚ ਕਿਹਾ ਗਿਆ ਕਿ ਹਾਲਾਂਕਿ ਘੱਟ ਕੁਸ਼ਲ ਕਾਮਿਆਂ ਦੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਬਿਹਤਰ ਨੀਤੀਆਂ ਦੀ ਜ਼ਰੂਰਤ ਹੈ। ਇਹਨਾਂ ਵਿੱਚੋਂ ਬਹੁਤ ਸਾਰੇ TFWs ਜੋ ਬੀਜਣ ਅਤੇ ਵਾਢੀ ਲਈ ਜ਼ਰੂਰੀ ਹੁਨਰ ਵਿਕਸਿਤ ਕਰਦੇ ਨੇ, ਉਹਨਾਂ ਨੂੰ ਥੋੜੇ ਸਮੇਂ ਲਈ ਆਪਣੇ ਘਰੇਲੂ ਦੇਸ਼ਾਂ ਵਿੱਚ ਵਾਪਸ ਜਾਣਾ ਪੈਂਦਾ ਹੈ ਅਤੇ ਜੇਕਰ ਉਹ ਕੈਨੇਡਾ ਵਾਪਸ ਨਹੀਂ ਆ ਸਕਦੇ ਤਾਂ ਦੇਸ਼ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਘਟ ਜਾਂਦੀ ਹੈ। RBC ਖੋਜੀਆਂ ਨੇ ਕਿਹਾ ਕਿ ਤਜਰਬੇਕਾਰ TFWs ਲਈ ਸਥਾਈ ਨਿਵਾਸ ਦਾ ਮਾਰਗ ਇਸ ਕਿਸਮ ਦੀ ਘਾਟ ਨੂੰ ਤੁਰੰਤ ਹੱਲ ਕਰੇਗਾ। CBC ਨਿਊਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਕੈਨੇਡਾ ਨੇ ਤਜਰਬੇ ਵਾਲੇ ਗੈਰ ਮੌਸਮੀ ਕਾਮਿਆਂ ਲਈ ਸਥਾਈ ਨਿਵਾਸ ਦਾ ਰਸਤਾ ਦੇਣ ਲਈ 2020 ਵਿੱਚ ਇੱਕ ਖੇਤੀਬਾੜੀ ਵਿਸ਼ੇਸ਼ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਮਈ 2023 ਵਿੱਚ ਖਤਮ ਹੋਣ ਵਾਲਾ ਹੈ। ਫਰਵਰੀ 2023 ਤੱਕ ਓਟਾਵਾ ਸੂਬੇ ਵਿੱਚ ਪ੍ਰੋਗਰਾਮ ਰਾਹੀਂ 1500 ਤੋਂ ਵੱਧ ਲੋਕਾਂ ਨੂੰ ਦਾਖਲ ਕੀਤਾ ਗਿਆ। ਇੱਕ ਵਿਭਾਗ ਦੇ ਬੁਲਾਰੇ ਨੇ CBC ਨੂੰ ਦੱਸਿਆ ਕਿ ਉਹ ਪਾਇਲਟ ਪ੍ਰੋਗਰਾਮ ਅਤੇ ਉਸ ਦੀ ਨਿਰਧਾਰਿਤ ਮਿਆਦ ਤੋਂ ਬਾਅਦ ਸੰਭਾਵਿਤ ਐਕਸਟੈਂਸ਼ਨ ਦਾ ਮੁਲਾਂਕਣ ਕਰ ਰਹੇ ਨੇ। ਬੁਲਾਰੇ ਨੇ ਅੱਗੇ ਕਿਹਾ ਕਿ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਦੇਣਾ ਕਾਮਿਆਂ ਦੀ ਘਾਟ ਦਾ ਹੱਲ ਨਹੀਂ ਹੈ। ਕੈਲੀਫੋਰਨੀਆ ਵਿੱਚ ਵੀਕਐਂਡ ਤੇ ਗ੍ਰਿਫਤਾਰ ਕੀਤੇ ਗਏ 2 ਵਿਰੋਧੀ ਗਿਰੋਹਾਂ ਦੇ 17 ਸਿੱਖਾਂ ਵਿੱਚੋਂ 2 ਭਾਰਤ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ, ਜਦਕਿ 2 ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਨੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਬੁਲਾਰੇ ਅਨੁਸਾਰ ਪਵਿੱਤਰ ਸਿੰਘ ਅਤੇ ਹੁਸੈਨਦੀਪ ਸਿੰਘ ਭਾਰਤ ਵਿੱਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਅਜੇ ਉਹਨਾਂ ਦੀ ਨਾਗਰਿਕਤਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਅਜੇ ਵੀ ਭਾਰਤੀ ਨਾਗਰਿਕ ਨੇ ਅਤੇ ਉਸ ਦੀ ਅਮਰੀਕਾ ਵਿੱਚ ਸ਼ਰਨ ਲਈ ਅਰਜ਼ੀ ਪੈਂਡਿੰਗ ਹੈ। ਸਥਾਨਕ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਈ ਥਾਵਾਂ ਤੇ ਛਾਪੇਮਾਰੀ ਦੌਰਾਨ ਉੱਤਰੀ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 17 ਸਿੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਚੋਂ ਜ਼ਿਆਦਾਤਰ ਇਤਿਹਾਸਿਕ ਯੂਬਾ ਸਿਟੀ ਅਤੇ ਉਸ ਦੇ ਆਲੇ-ਦੁਆਲੇ ਦੇ ਸਨ। ਇਹ ਲੋਕ 2 ਵਿਰੋਧੀ ਸਿੱਖ ਗਿਰੋਹਾਂ ਨਾਲ ਸੰਬੰਧਿਤ ਨੇ। ਇਹਨਾਂ ਗਿਰੋਹਾਂ ਦੇ ਨਾਮ ਮਿੰਟਾ ਗਰੁੱਪ ਅਤੇ AK-47 ਗਰੁੱਪ ਨੇ। ਦੋਵੇਂ ਗਿਰੋਹਾਂ ਦੇ ਘੱਟੋ-ਘੱਟ 30 ਮੈਂਬਰ ਨੇ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਹੈਰਾਨ ਰਹਿ ਗਈਆਂ ਜਦੋਂ ਉਹਨਾਂ ਕੋਲ ਕਈ ਖਤਰਨਾਕ ਹਥਿਆਰ ਬਰਾਮਦ ਹੋਏ। ਸ਼ਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੇ ਨੇ ਕਿਹਾ, ਆਪਰੇਸ਼ਨ ਦੌਰਾਨ 41 ਹਥਿਆਰ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚ AR-15, AK-47 ਹੈਂਡਗਨ ਅਤੇ ਘੱਟੋ-ਘੱਟ 1 ਮਸ਼ੀਨ ਗਨ ਸ਼ਾਮਿਲ ਹੈ। ਸੈਨ ਜੋਕਿਨ ਕਾਉਂਟੀ ਤੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ 2 ਪਰਮਵੀਰ ਸਿੰਘ ਉਰਫ ਮਿੰਟਾ ਅਤੇ ਜੋਬਨਜੀਤ ਸਿੰਘ ਨੂੰ ਮੈਨਹਟੇਕਾ ਦੇ ਵਿੱਚ ਸਮੇਂ ਰਸਤੇ ਰੋਕਿਆ ਗਿਆ।
ਉਹ ਮਨਟੇਕਾ ਵਿੱਚ ਕਥਿਤ ਤੌਰ ਤੇ ਪਿਸਤੌਲ, ਮੈਗਜ਼ੀਨ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਹਥਿਆਰਾਂ ਜ਼ਰੀਏ ਇੱਕ ਵੱਡਾ ਹਮਲਾ ਕਰਨ ਵਾਲੇ ਸਨ। ਡੂਪਰੇ ਨੇ ਦੱਸਿਆ ਕਿ ਵੀਕਐਂਡ ਵਿੱਚ ਸੈਕਰਾਮੈਂਟੋ ਵਿੱਚ ਇੱਕ ਸਿੱਖ ਪਰੇਡ ਵਿੱਚ ਪਹੁੰਚਣ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ 2 ਵਾਹਨਾਂ ਨੂੰ ਰੋਕਣ ਵਿੱਚ ਕਾਮਯਾਬ ਰਹੇ। ਡੂਪਰੇ ਮੁਤਾਬਿਕ ਇਹਨਾਂ ਦੇ ਅਪਰਾਧਕ ਗਿਰੋਹਾਂ ਦੀ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਭਾਈਚਾਰੇ ਦੀ ਪ੍ਰਤੀਕਿਰਿਆ ਬਹੁਤ ਸਕਾਰਾਤਮਕ ਹੈ ਅਤੇ ਸਮੂਹਿਕ ਗੋਲਾਬਾਰੀ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਇੰਟਰਨੈਸ਼ਨਲ ਆਪਰੇਸ਼ਨ ਡਿਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਰੇਮੰਡ ਡੂਡਾ ਮੰਗਲਵਾਰ ਨੂੰ ਦਿੱਲੀ ਪਹੁੰਚੇ। ਭਾਰਤ ਵਿੱਚ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਖੂਫੀਆ ਅਧਿਕਾਰੀਆਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਲਈ ਸਮਝੌਤੇ ਕੀਤੇ ਜਾਣਗੇ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ FBI ਦੇ ਅੰਤਰਰਾਸ਼ਟਰੀ ਸੰਮੇਲਨ ਦੇ ਸਹਾਇਕ ਨਿਰਦੇਸ਼ਕ ਰੇਮੰਡ ਡੂਡਾ ਦਾ ਨਵੀਂ ਦਿੱਲੀ ਵਿੱਚ ਸਵਾਗਤ ਕਰਦਿਆਂ ਖੁਸ਼ੀ ਮਹਿਸੂਸ ਕਰਦੇ ਨੇ। ਆਪਣੀ ਫੇਰੀ ਦੌਰਾਨ ਡੂਡਾ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ FBI ਦੇ ਸਹਿਯੋਗ ਨੂੰ ਅੱਗੇ ਵਧਾਉਣਗੇ। ਦੱਸ ਦਈਏ ਕਿ ਫਰਵਰੀ 2022 ਵਿੱਚ ਡੂਡਾ FBI ਦੇ ਇੰਟਰਨੈਸ਼ਨਲ ਆਪਰੇਸ਼ਨ ਡਿਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਬਣੇ ਸਨ। FBI ਦੇ ਇੱਕ ਬਿਆਨ ਅਨੁਸਾਰ ਉਹਨਾਂ ਹਾਲ ਹੀ ਵਿੱਚ ਅਮਰੀਕੀ ਖੁਫੀਆ ਭਾਈਚਾਰੇ ਵਿੱਚ ਇੱਕ ਹੋਰ ਏਜੰਸੀ ਵਿੱਚ ਸਹਾਇਕ ਨਿਰਦੇਸ਼ਕ ਪੱਧਰ ਤੇ ਕੰਮ ਕੀਤਾ। ਡੂਡਾ 1991 ਵਿੱਚ FBI ਵਿੱਚ ਇੱਕ ਵਿਸ਼ੇਸ਼ ਏਜੰਟ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੂੰ ਬੈਂਕ, ਬੀਮਾ, ਧੋਖਾਧੜੀ ਅਤੇ ਹੋਰ ਵਾਈਟ ਕਾਲਰ ਅਪਰਾਧਾਂ ਤੇ ਕੰਮ ਕਰਨ ਲਈ ਉੱਤਰੀ ਕੈਲੀਫੋਰਨੀਆ ਵਿੱਚ ਚਾਰਲਟ ਫੀਲਡ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਸੀ। ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਪੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਪੁੱਤਰੀ ਕੁਲਵੰਤ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਨਮੀਤ ਕੌਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰੇ ਇਲਾਕੇ ਅੰਦਰ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਮਨਮੀਤ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ। ਉਸ ਵੱਲੋਂ 6ਵੀਂ ਜਮਾਤ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋਂ ਕੀਤੀ ਗਈ। ਇਸ ਉਪਰੰਤ 1996 ਵਿੱਚ ਉਹ ਪਰਿਵਾਰ ਸਮੇਤ ਅਮਰੀਕਾ ਚਲੀ ਗਈ ਅਤੇ ਉੱਥੋਂ 12ਵੀਂ ਕਰਨ ਉਪਰੰਤ ਨਿਊ ਹੈਵਨ ਯੂਨੀਵਰਸਿਟੀ ਤੋਂ ਕਮਰਸ਼ੀਅਲ ਲਾਅ ਚੀਫ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਫਿਰ 2008 ਵਿੱਚ ਮਨਮੀਤ ਪੁਲਿਸ ਫੋਰਸ ਵਿੱਚ ਭਰਤੀ ਹੋ ਗਈ ਅਤੇ ਉਸ ਵੱਲੋਂ ਕੀਤੀ ਸਖਤ ਮਿਹਨਤ ਸਦਕਾ ਉਸਨੇ 24 ਮਾਰਚ 2023 ਨੂੰ ਅਮਰੀਕਾ ਵਿੱਚ ਅਸਿਸਟੈਂਟ ਪੁਲਿਸ ਚੀਫ ਬਣਨ ਦਾ ਸੁਪਨਾ ਪੂਰਾ ਕੀਤਾ। ਇਸ ਮਾਣ ਵਾਲੀ ਗੱਲ ਨੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਚੁੱਕ ਦਿੱਤਾ ਹੈ ਅਤੇ ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। 9 ਅਪ੍ਰੈਲ ਨੂੰ ਲਾਪਤਾ ਹੋਏ 30 ਸਾਲਾ ਭਾਰਤੀ ਅਮਰੀਕੀ ਸਾਫਟਵੇਅਰ ਇੰਜੀਨੀਅਰ ਦੀ ਲਾਸ਼ ਮੈਰੀਲੈਂਡ ਦੀ ਇੱਕ ਛੋਟੀ ਝੀਲ ਤੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਅੰਕਿਤ ਬਾਗਈ ਨੂੰ ਮੰਗਲਵਾਰ ਨੂੰ ਚਰਚਿਲ ਝੀਲ ਤੋਂ ਅਧਿਕਾਰੀਆਂ ਨੇ ਲੱਭਿਆ, ਜਿਨ੍ਹਾਂ ਨੂੰ ਕਥਿਤ ਤੌਰ ਤੇ ਪਾਣੀ ਵਿੱਚ ਇੱਕ ਲਾਸ਼ ਦੇਖੇ ਜਾਣ ਤੋਂ ਬਾਅਦ ਖੇਤਰ ਵਿੱਚ ਬੁਲਾਇਆ ਗਿਆ ਸੀ। ਮੈਂਟਗੋਮਰੀ ਪੁਲਿਸ ਨੇ ਇੱਕ ਰਿਲੀਜ਼ ਵਿੱਚ ਕਿਹਾ, ਲਾਸ਼ ਨੂੰ ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਲਿਜਾਇਆ ਗਿਆ ਅਤੇ ਉਸ ਦੀ ਪਛਾਣ ਜਰਮਨ ਟਾਊਨ ਮੈਰੀਲੈਂਡ ਦੇ ਬਾਗਈ ਵਜੋਂ ਹੋਈ ਹੈ। ਉਸ ਦੇ ਪਰਿਵਾਰ ਅਨੁਸਾਰ ਬਾਗਈ ਨੂੰ ਆਖਰੀ ਵਾਰ ਪੈਂਥਰਸ ਰਿਜ ਡਰਾਈਵ ਤੇ 12000 ਬਲਾਕ ਵਿੱਚ ਦੇਖਿਆ ਗਿਆ ਸੀ। ਪਰਿਵਾਰ ਨੇ NBC4 ਨੂੰ ਦੱਸਿਆ ਕਿ ਬਾਗਾਈ ਜੀਵਨ ਬਚਾਉਣ ਵਾਲੀਆਂ ਕਈ ਦਵਾਈਆਂ ਲੈ ਰਿਹਾ ਸੀ। ਬਾਗਾਈ ਦੇ ਪਰਿਵਾਰ ਨੇ ਸੁਰਾਗ ਦੇਣ ਵਾਲੇ ਨੂੰ $5000 ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਇੱਕ ਫੇਸਬੁੱਕ ਪੇਜ ਜੋ ਕਿ ਬਾਗਾਈ ਨੂੰ ਲੱਭਣ ਲਈ ਸਥਾਪਿਤ ਕੀਤਾ ਗਿਆ ਸੀ ਮੁਤਾਬਿਕ ਫੇਅਰਫੈਕਸ ਵਰਜੀਨੀਆ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੈਨੇਡਾ ਦੀ ਟੈਕਸ ਏਜੰਸੀ ਦੇ 35000 ਕਰਮਚਾਰੀਆਂ ਸਮੇਤ ਲਗਭਗ 1,55,000 ਸੰਘੀ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ, ਜਿਨ੍ਹਾਂ ਨੂੰ ਉਹਨਾਂ ਦੀ ਯੂਨੀਅਨ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹੜਤਾਲਾਂ ਵਿੱਚੋਂ ਇੱਕ ਦੱਸ ਰਹੀ ਹੈ। ਕੈਨੇਡਾ ਦੀ ਪਬਲਿਕ ਸਰਵਿਸ ਅਲਾਇੰਸ ਨੇ ਕਿਹਾ ਕਿ ਹੜਤਾਲ ਦਾ ਐਲਾਨ ਸਰਕਾਰ ਨਾਲ ਗੱਲਬਾਤ ਇੱਕ ਸਮਝੌਤਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਕੀਤਾ ਗਿਆ ਸੀ। 250 ਤੋਂ ਵੱਧ ਸਥਾਨਾਂ ਤੇ ਪਿਕੇਟ ਲਾਈਨਾਂ ਸਥਾਪਿਤ ਕੀਤੀਆਂ ਜਾਣਗੀਆਂ। ਕੈਨੇਡਾ ਰੈਵਨਿਊ ਏਜੰਸੀ ਨਾਲ ਜੁੜੀ ਹੜਤਾਲ ਉਦੋਂ ਸ਼ੁਰੂ ਹੋਈ ਜਦੋਂ ਟੈਕਸ ਰਿਟਰਨ ਦੇ ਬਕਾਇਆ ਹੋਣ ਦੀ ਜਾਣਕਾਰੀ ਸਾਹਮਣੇ ਆਈ। ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ ਆਇਰਵਰਲਡ ਨੇ ਕਿਹਾ ਕਿ ਸੌਦੇਬਾਜ਼ੀ ਕਰਨ ਵਾਲੀਆਂ ਟੀਮਾਂ ਹੜਤਾਲ ਦੌਰਾਨ ਮੇਜ਼ ਤੇ ਰਹਿਣਗੀਆਂ। ਤਨਖਾਹਾਂ ਵਿੱਚ ਵਾਧਾ ਮੁੱਖ ਮੁੱਦਾ ਹੈ। ਖਜ਼ਾਨਾ ਬੋਰਡ ਨੇ ਕਿਹਾ ਕਿ ਉਸ ਨੇ ਤੀਜੀ ਧਿਰ ਦੇ ਲੋਕ ਹਿੱਤ ਕਮਿਸ਼ਨ ਦੀ ਸਿਫਾਰਿਸ਼ ਤੇ ਯੂਨੀਅਨ ਨੂੰ 3 ਸਾਲਾਂ ਵਿੱਚ 9% ਵਾਧੇ ਦੀ ਪੇਸ਼ਕਸ਼ ਕੀਤੀ ਹੈ, ਪਰ ਯੂਨੀਅਨ ਨੇ ਅਗਲੇ 3 ਸਾਲਾਂ ਵਿੱਚ 4.5% ਦੇ ਸਾਲਾਨਾ ਵਾਧੇ ਲਈ ਜ਼ੋਰ ਦਿੱਤਾ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਵਾਧਾ ਮਹਿੰਗਾਈ ਨਾਲ ਤਾਲਮੇਲ ਰੱਖਣ ਲਈ ਜ਼ਰੂਰੀ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਅਤੇ ਸਰਕਾਰ ਵਿਚਾਰ ਵਿਚੋਲਗੀ ਵਾਲੀ ਇਕਰਾਰਨਾਮੇ ਦੀ ਗੱਲਬਾਤ ਅਪ੍ਰੈਲ ਦੇ ਸ਼ੁਰੂਆਤ ਵਿੱਚ ਸ਼ੁਰੂ ਹੋਈ ਅਤੇ ਹਫ਼ਤੇ ਦੇ ਅੰਤ ਤੱਕ ਜਾਰੀ ਰਹੀ।
ਜਿਸ ਨੂੰ ਯੂਨੀਅਨ ਨੇ ਸਰਕਾਰ ਦੇ ਸੌਦੇ ਤੇ ਪਹੁੰਚਣ ਦਾ ਆਖਰੀ ਮੌਕਾ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਹਨਾਂ ਦੀ ਕੈਨੇਡਾਈ ਹਮਰੁਤਬਾ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਦੋਵਾਂ ਦੇਸ਼ਾਂ ਦੀ ਰੱਖਿਆ ਸਾਂਝੇਦਾਰੀ ਨੂੰ ਉੱਚ ਪੱਧਰ ਤੱਕ ਲੈ ਜਾਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੰਕਲਪ ਲਿਆ। ਇਸ ਗੱਲਬਾਤ ਦੌਰਾਨ ਅਨੀਤਾ ਆਨੰਦ ਨੇ ਰਾਜਨਾਥ ਸਿੰਘ ਨੂੰ ਕੈਨੇਡਾ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਦੇ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਵਧਾਉਣ ਨਾਲ ਜੁੜੇ ਮਹੱਤਵ ਦੀ ਜਾਣਕਾਰੀ ਦਿੱਤੀ। ਉੱਥੇ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡਾਈ ਰੱਖਿਆ ਕੰਪਨੀਆਂ ਭਾਰਤ ਵਿੱਚ ਫੌਜੀ ਸਾਜ਼ੋ ਸਮਾਨ ਦੇ ਸਹਿ ਉਤਪਾਦਨ ਤੇ ਗੌਰ ਕਰ ਸਕਦੀਆਂ ਨੇ। ਸਿੰਘ ਨੇ ਟਵੀਟ ਕੀਤਾ, ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਦੇ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਅਸੀਂ ਕੈਨੇਡਾ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਦਾ ਸਵਾਗਤ ਕੀਤਾ। ਉਦਯੋਗਿਕ ਸਹਿਯੋਗ ਸਮੇਤ ਦੁਵੱਲੇ ਰੱਖਿਆ ਸਬੰਧਾਂ ਨੂੰ ਵਿਕਸਿਤ ਕਰਨ ਦੇ ਤਰੀਕਿਆਂ ਤੇ ਬਿਹਤਰੀਨ ਚਰਚਾ ਹੋਈ। ਕੈਨੇਡਾ ਦੀਆਂ ਰੱਖਿਆ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਤੇ ਨਿਰਮਾਣ ਲਈ ਸੱਦਾ ਦਿੱਤਾ। ਕੈਨੇਡਾਈ ਰੱਖਿਆ ਮੰਤਰੀ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ। ਉਹਨਾਂ ਟਵੀਟ ਕੀਤਾ, ਅੱਜ ਮੈਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਰਥਕ ਚਰਚਾ ਕੀਤੀ। ਕੈਨੇਡਾ ਦੀ ਹਿੰਦ ਪ੍ਰਸ਼ਾਂਤ ਰਣਨੀਤੀ ਜ਼ਰੀਏ ਅਸੀਂ ਇਸ ਖੇਤਰ ਵਿੱਚ ਆਪਣੀ ਹਾਜ਼ਰੀ ਵਧਾ ਰਹੇ ਹਾਂ। ਭਾਰਤ ਕੈਨੇਡਾ ਲਈ ਇੱਕ ਮਜ਼ਬੂਤ ਭਾਗੀਦਾਰ ਬਣਿਆ ਰਹੇਗਾ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਮੰਤਰਾਲਿਆਂ ਨੂੰ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੇ ਤੌਰ ਤਰੀਕਿਆਂ ਤੇ ਚਰਚਾ ਕਰਨੀ ਚਾਹੀਦੀ ਹੈ, ਜੋ ਦੋਵਾਂ ਦੇਸ਼ਾਂ ਦੇ ਲੋਕਤਾਂਤਰਿਕ ਲੋਕਾਚਾਰ ਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਂਝੇ ਹਿੱਤਾਂ ਨੂੰ ਦਰਸਾਉਂਦਾ ਹੈ। ਇਸ ਵਿੱਚ ਕਿਹਾ ਗਿਆ, ਦੋਵੇਂ ਮੰਤਰੀ ਰੱਖਿਆ ਸਬੰਧਾਂ ਨੂੰ ਉੱਚ ਪੱਧਰ ਤੱਕ ਲੈ ਜਾਣ ਤੇ ਰੱਖਿਆ ਖੇਤਰ ਵਿੱਚ ਭਾਰਤ ਕੈਨੇਡਾ ਦੁਵੱਲੇ ਰਿਸ਼ਤਿਆਂ ਦਾ ਇੱਕ ਮਹੱਤਵਪੂਰਨ ਥੰਬ ਬਣਾਉਣ ਲਈ ਕੰਮ ਕਰਨ ਤੇ ਸਹਿਮਤ ਹੋਏ ਨੇ। ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਜੋਸ਼ ਭਰੀ ਤੇ ਸੁਹਿਰਦ ਰਹੀ। ਬਿਆਨ ਮੁਤਾਬਿਕ ਰਾਜਨਾਥ ਸਿੰਘ ਨੇ ਹਿੰਦ ਪ੍ਰਸ਼ਾਂਤ ਵਿੱਚ ਕੈਨੇਡਾ ਦੀ ਜਲ ਸੈਨਾ ਦੀ ਹਾਜ਼ਰੀ ਵਿੱਚ ਵਿਸਥਾਰ ਦਾ ਸਵਾਗਤ ਕੀਤਾ। ਦੋਵਾਂ ਮੰਤਰੀਆਂ ਨੇ ਰੱਖਿਆ ਸਹਿਯੋਗ ਦੇ ਸੰਭਾਵਿਤ ਖੇਤਰਾਂ, ਵਿਸ਼ੇਸ਼ ਤੌਰ ਤੇ ਸਾਂਝੇ ਰਾਸ਼ਟਰ ਸ਼ਾਂਤੀ ਸਿਖਲਾਈ ਤੋਂ ਲੈ ਕੇ ਰੱਖਿਆ ਤੇ ਉਦਯੋਗਿਕ ਸਹਿਭਾਗਤਾ ਤੱਕ ਬਾਰੇ ਚਰਚਾ ਕੀਤੀ। ਇੱਕ ਸ਼ਕਤੀਸ਼ਾਲੀ ਗਰਮਖੰਡੀ ਚੱਕਰਵਾਤ ਤੋਂ ਬਾਅਦ ਉੱਤਰ ਪੱਛਮੀ ਆਸਟ੍ਰੇਲੀਆ ਦੇ ਤੱਟ ਨੇੜਿਓਂ ਬੰਜਰ ਟਾਪੂ ਤੇ 6 ਦਿਨ ਬਿਨਾਂ ਭੋਜਨ ਜਾਂ ਪਾਣੀ ਦੇ ਬਿਤਾਉਣ ਤੋਂ ਬਾਅਦ 8 ਇੰਡੋਨੇਸ਼ੀਆਈ ਮਛੇਰਿਆਂ ਦੇ ਡੁੱਬਣ ਦਾ ਖਦਸ਼ਾ ਹੈ ਅਤੇ ਹੋਰ 11 ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋ ਮੁੱਢਲੀਆਂ ਲੱਕੜ ਦੀਆਂ ਇੰਡੋਨੇਸ਼ੀਆਈ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਚੱਕਰਵਾਤ ਇਲਸਾ ਦੇ ਰਾਹ ਵਿੱਚ ਫਸ ਗਈਆਂ, ਜਿਸ ਨੇ ਸ਼ੁੱਕਰਵਾਰ ਨੂੰ 8 ਸਾਲਾਂ ਮਗਰੋਂ ਆਸਟ੍ਰੇਲੀਆ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਵਜੋਂ ਲੈਂਡਫਾਲ ਕੀਤਾ। ਇਸ ਦੌਰਾਨ 299 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਆਸਟ੍ਰੇਲੀਅਨ ਮੈਰੀਟਾਈਮ ਸੇਫਟੀ ਅਥਾਰਟੀ ਨੇ ਇੱਕ ਬਿਆਨ ਵਿੱਚ ਬਚੇ ਲੋਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਕਿਸ਼ਤੀ ਪੁੱਤਰੀ ਜਯਾ 11 ਜਾਂ 12 ਅਪ੍ਰੈਲ ਨੂੰ ਡੁੱਬ ਗਈ ਸੀ, ਜਦੋਂ ਇਲਸਾ ਹਿੰਦ ਮਹਾਸਾਗਰ ਵੱਲ ਵਧ ਰਿਹਾ ਸੀ। ਅਥਾਰਟੀ ਨੇ ਕਿਹਾ ਕਿ ਦੂਜੀ ਕਿਸ਼ਤੀ ਐਕਸਪ੍ਰੈਸ 12 ਅਪ੍ਰੈਲ ਦੇ ਤੜਕੇ 10 ਲੋਕਾਂ ਦੇ ਨਾਲ ਬੇਡਵੈਲ ਟਾਪੂ ਤੇ ਸਵਾਰ ਹੋਈ, ਜੋ ਆਸਟ੍ਰੇਲੀਆ ਦੇ ਤੱਟਵਰਤੀ ਸੈਰ ਸਪਾਟਾ ਸ਼ਹਿਰ ਬਰੂਮ ਤੋਂ ਲਗਭਗ 300 ਕਿਲੋਮੀਟਰ ਪੱਛਮ ਵਿੱਚ ਰੇਤਲੇ ਖੇਤਰ ਵਿੱਚ ਹੈ। ਬਿਆਨ ਵਿੱਚ ਕਿਹਾ ਗਿਆ ਕਿ ਪੁੱਤਰੀ ਜਯਾ ਤੋਂ ਬਚੇ ਇਕਲੌਤੇ ਵਿਅਕਤੀ ਨੇ ਉਸੇ ਟਾਪੂ ਤੇ ਪਾਣੀ ਵਿੱਚ 30 ਘੰਟੇ ਬਿਤਾਏ ਸਨ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਪੁੱਤਰੀ ਜਯਾ ਦੇ ਬਚੇ ਹੋਏ ਵਿਅਕਤੀ ਨੇ ਸਮੁੰਦਰ ਤੇ ਤੈਰਦੇ ਰਹਿਣ ਲਈ ਬਾਲਣ ਦੇ ਕੈਨ ਦੀ ਵਰਤੋਂ ਕੀਤੀ। ਬਚੇ ਹੋਏ ਲੋਕਾਂ ਨੂੰ ਸੋਮਵਾਰ ਨੂੰ ਆਸਟ੍ਰੇਲੀਆਈ ਬਾਰਡਰ ਫੋਰਸ ਦੁਆਰਾ ਦੇਖਿਆ ਗਿਆ ਸੀ। ਇੱਕ ਬਰੂਮ ਆਧਾਰਿਤ ਬਚਾਓ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਅਤੇ ਉਸ ਨੇ ਕਿਸ਼ਤੀ ਵਿੱਚ ਸਵਾਰ ਸਾਰੇ 11 ਲੋਕਾਂ ਨੂੰ ਲੱਭ ਲਿਆ। ਅਥਾਰਟੀ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਬਚਾਏ ਜਾਣ ਤੋਂ ਪਹਿਲਾਂ ਉਹ ਸਾਰੇ ਬੈਡਵੈਲ ਆਈਲੈਂਡ ਤੇ ਭੋਜਨ ਅਤੇ ਪਾਣੀ ਤੋਂ ਬਿਨਾਂ 6 ਦਿਨਾਂ ਤੱਕ ਰਹੇ। ਬਚੇ ਹੋਏ ਲੋਕਾਂ ਨੂੰ ਬਰੂਮ ਹਸਪਤਾਲ ਲਿਜਾਇਆ ਗਿਆ। ਲਾਪਤਾ ਇੰਡੋਨੇਸ਼ੀਆਈ ਮਛੇਰਿਆਂ ਦੇ ਇਲਸਾ ਤੋਂ ਹੀ ਮੌਤਾਂ ਹੋਣ ਦੀ ਉਮੀਦ ਹੈ। ਲੋਅਰ ਮੈਨਹਟਨ ਨਿਊਯਾਰਕ ਵਿੱਚ ਇੱਕ ਕਾਰ ਪਾਰਕਿੰਗ ਗੈਰਾਜ ਡਿੱਗ ਜਾਣ ਦੇ ਕਾਰਨ ਇੱਕ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਨਿਊਯਾਰਕ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਚੀਫ ਆਫ ਆਪਰੇਸ਼ਨ ਫਾਇਰ ਡਿਪਾਰਟਮੈਂਟ ਨਿਊਯਾਰਕ ਜੋਹਨ ਐਸਪੋਸਟੋ ਨੇ ਕਿਹਾ ਕਿ 57 ਐਨ ਸਟਰੀਟ ਵਿਖੇ ਘਟਨਾ ਵਾਪਰਨ ਸਮੇਂ 3 ਮੰਜ਼ਿਲਾ ਇਮਾਰਤ ਵਿੱਚ 6 ਵਰਕਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। 4 ਹੋਰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਇੱਕ ਜ਼ਖਮੀ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਵਿਭਾਗ ਦੇ ਮੁਲਾਜ਼ਮਾਂ ਦੁਆਰਾ ਡਰੋਨਾਂ ਤੇ ਰੋਬੋਟਿਕ ਕੁੱਤਿਆਂ ਦੀ ਸਹਾਇਤਾ ਨਾਲ ਇਮਾਰਤ ਦੀ ਤਲਾਸ਼ੀ ਲੈਣ ਉਪਰੰਤ ਐਸਪੋਸਿਟੋ ਨੇ ਕਿਹਾ ਕਿ ਇਹ ਨਿਸ਼ਚਿਤ ਕਰ ਲਿਆ ਗਿਆ ਕਿ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੈ। ਮੇਅਰ ਐਰਿਕ ਐਡਮਜ਼ ਨੇ ਇੱਕ ਮੌਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਮੁੱਚੀ ਇਮਾਰਤ ਡਾਵਾਡੋਲ ਹੈ।
ਅਮਰੀਕਾ ਦੇ ਮੇਨੇ ਰਾਜ ਵਿੱਚ ਪੋਰਟਲੈਂਡ ਨੇੜੇ ਦੋ ਥਾਵਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰਨ ਦੀ ਖਬਰ ਹੈ। ਅਧਿਕਾਰੀਆਂ ਅਨੁਸਾਰ ਇਹਨਾਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਦਾ ਆਪਸ ਵਿੱਚ ਸੰਬੰਧ ਹੈ। ਮੇਨੇ ਸਟੇਟ ਪੁਲਿਸ ਨੇ ਕਿਹਾ ਕਿ ਪੋਰਟਲੈਂਡ ਦੇ ਉੱਤਰ ਵਿੱਚ 25 ਮੀਲ ਦੂਰ ਬੋਰਡੋਇਨ ਵਿੱਚ 4 ਲਾਸ਼ਾਂ ਬਰਾਮਦ ਹੋਈਆਂ ਨੇ ਤੇ ਇਹਨਾਂ ਮੌਤਾਂ ਦਾ ਯਾਰਮਾਊਥ ਖੇਤਰ ਵਿੱਚ ਇੰਟਰਸਟੇਟ 295 ਉੱਪਰ ਹੋਈ ਗੋਲੀਬਾਰੀ ਨਾਲ ਸੰਬੰਧ ਹੈ। ਇੰਟਰਸਟੇਟ ਗੋਲੀਬਾਰੀ ਵਿੱਚ 3 ਵਿਅਕਤੀ ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਮੇਨੇ ਸਟੇਟ ਪੁਲਿਸ ਦੇ ਲੈਫਟੀਨੈਂਟ ਰੰਡਾਲ ਕੀਟਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫੋਨ ਆਉਣ ਉਪਰੰਤ ਪੁਲਿਸ ਅਫਸਰ ਬੋਇਡੋਇਨ ਵਿੱਚ ਦੱਸੇ ਪਤੇ ਉੱਪਰ ਗਏ, ਜਿੱਥੇ ਇੱਕ ਘਰ ਵਿੱਚੋਂ 4 ਵਿਅਕਤੀ ਮ੍ਰਿਤਕ ਮਿਲੇ। ਇਸ ਤੋਂ ਛੇਤੀ ਬਾਅਦ ਇੰਟਰਸਟੇਟ ਉੱਪਰ ਕਈ ਵਾਹਨਾਂ ਉੱਪਰ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਉਹਨਾਂ ਕਿਹਾ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸੁਡਾਨ ਵਿੱਚ ਫੌਜ ਅਤੇ ਨੀਮ ਫੌਜੀ ਦਸਤਿਆਂ ਵਿਚਕਾਰ ਹੋ ਰਹੀ ਜੰਗ ਕਾਰਨ ਉੱਥੇ ਫਸੇ ਕਈ ਭਾਰਤੀਆਂ ਦੇ ਫਿਕਰਮੰਦ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਬਾਰੇ ਸੂਚਨਾ ਦੀ ਉਡੀਕ ਕਰ ਰਹੇ ਨੇ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਕਟਗ੍ਰਸਤ ਅਫਰੀਕੀ ਮੁਲਕ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਪ੍ਰਬੰਧ ਕਰੇ। ਸੁਡਾਨ ਵਿੱਚ ਸ਼ਨੀਚਰਵਾਰ ਤੋਂ ਸ਼ੁਰੂ ਹੋਈ ਲੜਾਈ ਦੌਰਾਨ ਇੱਕ ਭਾਰਤੀ ਦੀ ਮੌਤ ਹੋ ਚੁੱਕੀ ਹੈ। ਉੱਥੇ ਫਸੇ ਭਾਰਤੀਆਂ ਵਿੱਚ ਮਾਨਸੀ ਸੇਠ ਦੇ ਪਿਤਾ ਵੀ ਸ਼ਾਮਿਲ ਨੇ। ਮਾਨਸੀ ਨੇ ਕਿਹਾ ਕਿ ਉਸ ਦੇ ਪਿਤਾ ਵਪਾਰਕ ਯਾਤਰਾ ਤੇ ਸੁਡਾਨ ਗਏ ਸਨ ਅਤੇ ਸ਼ਨੀਚਰਵਾਰ ਨੂੰ ਮੁੰਬਈ ਵਾਪਸ ਜਾਣਾ ਸੀ। ਉਹ ਹਵਾਈ ਅੱਡੇ ਤੇ ਸਨ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਉਡਾਨ ਰੱਦ ਕਰ ਦਿੱਤੀ ਗਈ ਹੈ ਅਤੇ ਹੋਰ ਮੁਸਾਫਰਾਂ ਦੇ ਨਾਲ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁਝ ਘੰਟਿਆਂ ਬਾਅਦ ਜਦੋਂ ਉਹਨਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਗਿਆ ਤਾਂ ਉਹਨਾਂ ਨੇ ਪੈਦਲ ਹੀ ਹੋਟਲ ਵੱਲ ਜਾਣਾ ਸ਼ੁਰੂ ਕਰ ਦਿੱਤਾ। ਸਰਕਾਰ ਦੇ ਸੂਤਰਾਂ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਸੁਡਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਵੱਖ-ਵੱਖ ਮੁਲਕਾਂ ਨਾਲ ਤਾਲਮੇਲ ਬਣਾ ਰਿਹਾ ਹੈ। ਇਹਨਾਂ ਵਿੱਚ ਅਮਰੀਕਾ, ਬ੍ਰਿਟੇਨ ਅਤੇ ਸਾਊਦੀ ਅਰਬ ਸ਼ਾਮਿਲ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੁਡਾਨ ਦੇ ਹਾਲਾਤ ਤੇ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਵਿੱਚ ਆਪਣੇ ਹਮਰੁਤਬਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਭਾਰਤੀਆਂ ਦੀ ਸੁਰੱਖਿਆ ਲਈ ਵਿਹਾਰਕ ਹਮਾਇਤ ਦਾ ਭਰੋਸਾ ਦਿੱਤਾ। ਹਿੰਸਾ ਪ੍ਰਭਾਵਿਤ ਸੁਡਾਨ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਵੱਖ-ਵੱਖ ਦੇਸ਼ਾਂ ਨਾਲ ਤਾਲਮੇਲ ਕਰ ਰਿਹਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਉਸ ਦੇਸ਼ ਦੀ ਸਥਿਤੀ ਗੰਭੀਰ ਹੈ ਅਤੇ ਇਸ ਸਮੇਂ ਲੋਕਾਂ ਦੀ ਆਵਾਜਾਈ ਜੋਖਮ ਭਰੀ ਹੋਵੇਗੀ। ਸੁਡਾਨ ਵਿੱਚ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਪਿਛਲੇ 6 ਦਿਨਾਂ ਤੋਂ ਘਾਤਕ ਲੜਾਈ ਚੱਲ ਰਹੀ ਹੈ, ਜਿਸ ਵਿੱਚ ਕਥਿਤ ਤੌਰ ਤੇ 100 ਦੇ ਕਰੀਬ ਲੋਕ ਮਾਰੇ ਗਏ ਨੇ। ਦੇਸ਼ ਵਿੱਚ ਖਾਣ ਪੀਣ ਦੀ ਸਮੱਸਿਆ ਪੈਦਾ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਆંકੜਿਆਂ ਮੁਤਾਬਿਕ ਭਾਰਤ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਨੰਬਰ 1 ਮੁਲਕ ਬਣ ਗਿਆ ਹੈ। ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਸਟੇਟ ਆਫ ਦੀ ਵਰਲਡ ਪਾਪੂਲੇਸ਼ਨ ਰਿਪੋਰਟ 2023 ਮੁਤਾਬਿਕ ਭਾਰਤ ਦੀ 25% ਆਬਾਦੀ 0 ਤੋਂ 14 ਸਾਲ ਉਮਰ ਵਰਗ, 18% 10 ਤੋਂ 19 ਸਾਲ, 26% 10 ਤੋਂ 24 ਸਾਲ, 68% 15 ਤੋਂ 64 ਸਾਲ ਤੇ 7% 65 ਸਾਲ ਤੋਂ ਉੱਪਰ ਹੈ। ਭਾਰਤ ਦੀ ਭੂਗੋਲਿਕ ਆਬਾਦੀ ਇੱਕ ਤੋਂ ਦੂਜੇ ਰਾਜ ਵਿੱਚ ਵੱਖੋ ਵੱਖਰੀ ਹੈ। ਮਾਹਿਰਾਂ ਮੁਤਾਬਿਕ ਕੇਰਲਾ ਤੇ ਪੰਜਾਬ ਵਿੱਚ ਬਜ਼ੁਰਗ ਲੋਕਾਂ ਦੀ ਆਬਾਦੀ ਵੱਧ ਹੈ, ਜਦੋਂ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਨੌਜਵਾਨਾਂ ਦੀ ਵਸੋਂ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1950 ਵਿੱਚ ਆਬਾਦੀ ਨੂੰ ਲੈ ਕੇ ਆંકੜੇ ਇਕੱਤਰ ਕਰਨ ਦਾ ਅਮਲ ਸ਼ੁਰੂ ਕੀਤਾ ਸੀ ਤੇ ਉਸ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਆਬਾਦੀ ਪੱਖੋਂ UN ਦੀ ਸੂਚੀ ਵਿੱਚ ਅੱਵਲ ਨੰਬਰ ਬਣਿਆ ਹੈ। ਸੰਯੁਕਤ ਰਾਸ਼ਟਰ ਦੇ ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2022 ਮੁਤਾਬਿਕ ਸਾਲ 1950 ਵਿੱਚ ਭਾਰਤ ਤੇ ਚੀਨ ਦੀ ਆਬਾਦੀ ਕ੍ਰਮਵਾਰ 86.1 ਕਰੋੜ ਤੇ 114.4 ਕਰੋੜ ਸੀ। ਰਿਪੋਰਟ ਵਿੱਚ ਕੀਤੇ ਦਾਅਵੇ ਮੁਤਾਬਿਕ 2050 ਤੱਕ ਭਾਰਤ ਦੀ ਆਬਾਦੀ ਦੇ ਵੱਧ ਕੇ 166.8 ਕਰੋੜ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ, ਜਦਕਿ ਚੀਨ ਦੀ ਵਸੋਂ ਘਟ ਕੇ 131.7 ਕਰੋੜ ਹੋ ਜਾਵੇਗੀ। ਰਿਪੋਰਟ ਦੀ ਮੰਨੀਏ ਤਾਂ 1950 ਤੋਂ ਹੁਣ ਤੱਕ ਕੁੱਲ ਆਲਮ ਦੀ ਆਬਾਦੀ ਹੁਣ ਤੱਕ ਦੀ ਸਭ ਤੋਂ ਸੁਸਤ ਰਫ਼ਤਾਰ ਦਰ ਨਾਲ ਵਧੀ ਹੈ। ਸਾਲ 2020 ਵਿੱਚ ਇਸ ਦਰ ਵਿੱਚ 1% ਦਾ ਨਿਗਾਰ ਆਇਆ ਸੀ। ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2022 ਮੁਤਾਬਿਕ ਪਿਛਲੇ ਸਾਲ ਭਾਰਤ ਦੀ ਆਬਾਦੀ 141.2 ਕਰੋੜ ਜਦੋਂ ਕਿ ਚੀਨ ਦੀ 142.6 ਕਰੋੜ ਸੀ। ਰਿਪੋਰਟ ਮੁਤਾਬਿਕ 15 ਨਵੰਬਰ ਤੱਕ ਆਲਮੀ ਵਸੋਂ ਦੇ 8 ਅਰਬ ਦੇ ਅੰਕੜੇ ਨੂੰ ਪੁੱਜਣ ਦੇ ਆਸਾਰ ਸਨ। UNFPA ਮੁਤਾਬਿਕ ਭਾਰਤ ਵਿੱਚ ਪੁਰਸ਼ਾਂ ਦੀ ਔਸਤ ਉਮਰ 71 ਜਦਕਿ ਔਰਤਾਂ ਦੀ 74 ਸਾਲ ਹੈ। ਸੰਯੁਕਤ ਰਾਸ਼ਟਰ ਪਾਪੂਲੇਸ਼ਨ ਫੰਡ ਦੀ ਪ੍ਰਤੀਨਿਧੀ ਤੇ ਭੂਟਾਨ ਲਈ ਕੰਟਰੀ ਡਾਇਰੈਕਟਰ ਆਂਦਰੀਆ ਵੇਜਨਾਰ ਨੇ ਕਿਹਾ ਕਿ ਭਾਰਤ ਦੀ 1.4 ਅਰਬ ਆਬਾਦੀ ਨੂੰ 1.4 ਅਰਬ ਮੌਕਿਆਂ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਇੱਕ ਮੁਲਕ ਵਜੋਂ ਭਾਰਤ ਕੋਲ 15 ਤੋਂ 24 ਸਾਲ ਉਮਰ ਵਰਗ ਦੇ 25.4 ਕਰੋੜ ਲੋਕ ਨੇ ਜੋ ਨਵੀਆਂ ਕਾਢਾਂ, ਨਵੇਂ ਵਿਚਾਰਾਂ ਤੇ ਸਥਾਈ ਹੱਲ ਦਾ ਸਰੋਤ ਹੋ ਸਕਦੇ ਨੇ। ਚੀਨ ਨੇ ਇਸ ਰਿਪੋਰਟ ਨੂੰ
ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ ਕਿ ਉਸ ਕੋਲ ਹੁਣ ਵੀ 90 ਕਰੋੜ ਤੋਂ ਵੱਧ ਲੋਕਾਂ ਦੀ ਗੁਣਵੱਤਾ ਵਾਲੇ ਮਨੁੱਖੀ ਵਸੀਲੇ ਨੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੋਂਗ ਵੇਨਬਿਨ ਨੇ ਕਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਬਾਦੀ ਦਾ ਲਾਹਾ ਆંકੜਿਆਂ ਤੇ ਨਹੀਂ, ਗੁਣਵੱਤਾ ਤੇ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਆਬਾਦੀ ਅਹਿਮ ਹੈ, ਪਰ ਉਨਾ ਹੀ ਮਹੱਤਵਪੂਰਨ ਸਾਡੀ ਵਸੋਂ ਵਿੱਚ ਸਾਡਾ ਲਾਹੇਵੰਦ ਹੁਨਰ ਹੈ। ਇਸ ਲਈ ਸਾਡੇ ਵਿਕਾਸ ਦੀ ਰਫ਼ਤਾਰ ਮਜ਼ਬੂਤ ਹੈ। ਭਾਰਤ ਦੇ G20 ਪ੍ਰੈਜ਼ੀਡੈਂਸੀ ਦੇ ਮੁੱਖ ਕੋਆਰਡੀਨੇਟਰ ਹਰਸ਼ਵਰਧਨ ਸਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੁਆਰਾ G20 ਦੀਆਂ ਆਯੋਜਿਤ 100 ਬੈਠਕਾਂ ਵਿੱਚ ਹੁਣ ਤੱਕ 111 ਦੇਸ਼ਾਂ ਦੇ 12,000 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਹੈ। ਸਿੰਗਲਾ ਨੇ ਕਿਹਾ ਕਿ ਅਸੀਂ ਆਪਣੀ ਪ੍ਰਧਾਨਗੀ ਹੇਠ ਆਪਣੀ 100ਵੀਂ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਸਾਡੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਮੀਟਿੰਗਾਂ ਦੀ ਸੰਖਿਆ 200 ਮੰਨਦੇ ਹੋ ਤਾਂ ਅਸੀਂ ਲਗਭਗ ਅੱਧੇ ਰਸਤੇ ਤੇ ਪਹੁੰਚ ਚੁੱਕੇ ਹਾਂ। ਉਹਨਾਂ ਕਿਹਾ, ਹੁਣ ਜੇਕਰ ਤੁਸੀਂ 100 ਮੀਟਿੰਗਾਂ ਤੇ ਨਜ਼ਰ ਮਾਰੋ ਜੋ ਅਸੀਂ ਆਯੋਜਿਤ ਕੀਤੀਆਂ ਨੇ ਤਾਂ ਇਹ ਮੀਟਿੰਗਾਂ ਸਾਡੇ ਦੇਸ਼ ਦੇ 41 ਵੱਖ-ਵੱਖ ਸ਼ਹਿਰਾਂ ਵਿੱਚ ਹੋਈਆਂ ਨੇ। ਇਸ ਵਿੱਚ 28 ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ। G20 ਦੇ ਮੁੱਖ ਕੋਆਰਡੀਨੇਟਰ ਨੇ ਦੱਸਿਆ ਕਿ ਇਹਨਾਂ ਮੀਟਿੰਗਾਂ ਵਿੱਚ 12,000 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਹਨਾਂ ਕਿਹਾ, ਇਸ ਲਈ ਸਾਡੇ ਦੇਸ਼ ਵਿੱਚ ਭੂਗੋਲਿਕ ਫੈਲਾਅ ਦੇ ਸੰਦਰਭ ਦੇ ਵਿੱਚ G20 ਦੇ ਅੰਦਰ ਭਾਗੀਦਾਰਾਂ ਦੇ ਸੰਦਰਭ ਦੇ ਵਿੱਚ ਜ਼ਿਆਦਾਤਰ ਮੀਟਿੰਗਾਂ ਵਿੱਚ ਕੁਝ ਬਹੁਤ ਵਧੀਆ ਵਿਚਾਰ ਵਟਾਂਦਰੇ ਹੋਏ। ਸਿੰਗਲਾ ਅਨੁਸਾਰ ਭਾਰਤ ਨੇ ਕਈ ਪ੍ਰਮੁੱਖ ਤਰਜੀਹੀ ਮੁੱਦਿਆਂ ਤੇ ਚੰਗੀ ਤਰੱਕੀ ਕੀਤੀ ਹੈ ਅਤੇ ਜਿਵੇਂ ਅਸੀਂ ਅੱਗੇ ਵਧਦੇ ਹਾਂ, ਮੈਨੂੰ ਲੱਗਦਾ ਕਿ ਅਸੀਂ ਇਹਨਾਂ ਚੋਂ ਕੁਝ ਮੀਟਿੰਗਾਂ ਦੇ ਹੋਰ ਨਤੀਜੇ ਦੇਖਾਂਗੇ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਤੱਥ ਤੇ ਸੰਤੁਸ਼ਟੀ ਲੈ ਸਕਦੇ ਹਾਂ ਕਿ ਸੰਗਠਨਾਤਮਕ ਤੌਰ ਤੇ ਅਤੇ ਲੌਜਿਸਟਿਕ ਦੇ ਲਿਹਾਜ਼ ਨਾਲ ਮੀਟਿੰਗਾਂ ਬਹੁਤ ਵਧੀਆ ਢੰਗ ਨਾਲ ਅੱਗੇ ਵਧੀਆਂ ਨੇ। ਸਿੰਗਲਾ ਨੇ ਕਿਹਾ ਕਿ ਭਾਰਤ ਨੇ ਅਜਿਹੀਆਂ ਥਾਵਾਂ ਤੇ ਮੀਟਿੰਗਾਂ ਕੀਤੀਆਂ ਨੇ ਜੋ ਅੰਤਰਰਾਸ਼ਟਰੀ ਸਮਾਗਮਾਂ ਲਈ ਮੁਕਾਬਲਤਨ ਪ੍ਰਭਾਵਿਤ ਨਹੀਂ ਹਨ। ਅਜਿਹੇ ਸਥਾਨ ਜਿੱਥੇ ਅੰਤਰਰਾਸ਼ਟਰੀ ਸਮਾਗਮਾਂ ਲਈ ਸੀਮਿਤ ਸਮਰੱਥਾ ਹੈ। ਪਰ ਅੱਜ ਤੁਸੀਂ ਕਹਿ ਸਕਦੇ ਹੋ ਕਿ ਹਰ ਉਸ ਸ਼ਹਿਰ ਵਿੱਚ ਜਿੱਥੇ ਅਸੀਂ ਮੀਟਿੰਗਾਂ ਦੀ ਮੇਜ਼ਬਾਨੀ ਕੀਤੀ ਹੈ, ਅਸੀਂ ਸ਼ਹਿਰੀ ਤਬਦੀਲੀ ਦੇ ਦੌਰ 'ਚੋਂ ਲੰਘ ਰਹੇ ਹਾਂ। ਸ਼ਹਿਰ ਦੇ ਸੁੰਦਰੀਕਰਨ ਵਿੱਚ ਨਿਵੇਸ਼ ਕੀਤਾ ਹੈ ਜੋ ਕਿ ਉਸ ਸਥਾਨ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਮਾਮਲੇ ਵਿੱਚ ਇੱਕ ਕਦਮ ਅੱਗੇ ਹੈ। ਇਹਨਾਂ 'ਚੋਂ ਬਹੁਤ ਸਾਰੀਆਂ ਥਾਵਾਂ ਤੇ ਸਾਨੂੰ ਆਪਣੀ G20 ਪ੍ਰਧਾਨਗੀ ਤੋਂ ਅੱਗੇ ਵਧਣਾ ਹੈ। ਭਾਰਤ ਨੇ ਸੋਮਵਾਰ ਨੂੰ ਆਪਣੇ ਏਜੰਡੇ ਦੇ ਕੇਂਦਰ ਵਿੱਚ ਆਪਣੀ ਸਮਾਵੇਸ਼ੀ ਅਤੇ ਕਾਰਵਾਈ ਆਧਾਰਿਤ ਨੀਤੀ ਪ੍ਰਕਿਰਿਆਵਾਂ ਦੇ ਨਾਲ ਵਾਰਾਣਸੀ ਵਿੱਚ ਖੇਤੀਬਾੜੀ ਪ੍ਰਮੁੱਖ ਵਿਗਿਆਨੀਆਂ ਦੀ ਬੈਠਕ ਦੇ ਨਾਲ ਆਪਣੀ G20 ਦੀ ਪ੍ਰਧਾਨਗੀ ਤਹਿਤ ਆਪਣੀ 100ਵੀਂ ਮੀਟਿੰਗ ਦੀ ਮੇਜ਼ਬਾਨੀ ਕਰਨ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਮਨਾਇਆ। G20 ਜਾਂ ਗਰੁੱਪ ਆਫ 20 ਵਿਸ਼ਵ ਦੀਆਂ 20 ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥ ਵਿਵਸਥਾਵਾਂ ਵਿੱਚ ਇੱਕ ਅੰਤਰ ਸਰਕਾਰੀ ਫੋਰਮ ਹੈ ਜੋ ਇਸ ਨੂੰ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਮੰਚ ਬਣਾਉਂਦਾ ਹੈ। 110 ਤੋਂ ਵੱਧ ਦੇਸ਼ਾਂ ਦੇ 12,300 ਤੋਂ ਵੱਧ ਪ੍ਰਤੀਨਿਧੀਆਂ ਦੇ ਨਾਲ G20 ਪ੍ਰੈਜ਼ੀਡੈਂਸੀ ਵਿੱਚ ਭਾਰਤ ਦੀ ਵਿਅਕਤੀਗਤ ਤੌਰ ਤੇ ਭਾਗੀਦਾਰੀ ਕਿਸੇ ਵੀ G20 ਦੇਸ਼ ਦੁਆਰਾ ਆਯੋਜਿਤ ਕੀਤੀ ਗਈ ਸਭ ਤੋਂ ਵੱਡੀ ਮੇਜ਼ਬਾਨੀ ਹੈ। ਆਲ ਇੰਡੀਆ ਪ੍ਰੈਜ਼ੀਡੈਂਸੀ ਦੇ ਦੌਰਾਨ ਭਾਰਤ ਭਰ ਦੇ ਲਗਭਗ 60 ਸ਼ਹਿਰਾਂ ਵਿੱਚ ਅਜੇ ਵੀ 200 ਤੋਂ ਵੱਧ ਮੀਟਿੰਗਾਂ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਇਹ ਸਭ ਤੋਂ ਵੱਧ ਭੂਗੋਲਿਕ ਪ੍ਰਸਾਰ ਬਣ ਗਿਆ ਹੈ। ਉੱਤਰ ਪੱਛਮੀ ਇੰਗਲੈਂਡ ਦੀ ਮਾਨਚੈਸਟਰ ਸ਼ਹਿਰ ਵਿੱਚ ਉੱਤਰ ਪੂਰਬੀ ਭਾਰਤ ਦੀ ਸੱਭਿਆਚਾਰਕ ਸੰਬਲਪੁਰੀ ਸਾੜੀ ਬਣ ਕੇ ਮੈਰਾਥਨ ਵਿੱਚ ਦੌੜਦੀ ਹੋਈ ਓਡੀਸ਼ਾ ਦੀ ਇੱਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਧੂਸਮਿਤਾ ਜੈਨਾ ਉਮਰ 41 ਸਾਲ ਨੇ ਐਤਵਾਰ ਨੂੰ ਆਪਣੀ ਸਾੜੀ ਵਿੱਚ 4 ਘੰਟੇ 50 ਮਿੰਟ ਵਿੱਚ 42 ਕਿਲੋਮੀਟਰ ਤੋਂ ਵੱਧ ਦੀ ਦੂਰੀ ਕੱਟੀ। ਉਹਨਾਂ ਦੇ ਇਸ ਕਾਰਨਾਮੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਸ ਪ੍ਰਾਪਤੀ ਦੇ ਚਰਚੇ ਹੋ ਰਹੇ ਨੇ। ਬ੍ਰਿਟਿਸ਼ ਪ੍ਰਵਾਸੀ ਸੰਗਠਨ ਫਰੈਂਡਸ ਆਫ ਇੰਡੀਆ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਟਵੀਟ ਵਿੱਚ ਕਿਹਾ, ਬ੍ਰਿਟੇਨ ਦੇ ਮੈਨਚੈਸਟਰ ਵਿੱਚ ਰਹਿਣ ਵਾਲੀ ਇੱਕ ਭਾਰਤੀ ਮਧੂਸਮਿਤਾ ਜੈਨਾ ਨੇ ਇੱਕ ਸੁੰਦਰ ਸੰਬਲਪੁਰੀ ਸਾੜੀ ਵਿੱਚ ਆਰਾਮ ਨਾਲ ਮਾਨਚੈਸਟਰ ਮੈਰਾਥਨ 2023 ਵਿੱਚ ਹਿੱਸਾ ਲਿਆ। ਆਪਣੀ ਭਾਰਤੀ ਵਿਰਾਸਤ ਨੂੰ ਮਾਣ ਨਾਲ ਪ੍ਰਦਰਸ਼ਿਤ ਕਰਦਿਆਂ ਉਹ ਸ਼ਾਨਦਾਰ ਭਾਰਤੀ ਪਹਿਰਾਵੇ ਤੇ ਇੱਕ ਆਕਰਸ਼ਕ ਨਜ਼ਰੀਆ ਵੀ ਪੇਸ਼ ਕਰਦੀ ਹੈ। ਉਹਨਾਂ ਦੀ ਇਸ ਪ੍ਰਾਪਤੀ ਦੀ ਕਈ ਹੋਰ ਲੋਕਾਂ ਨੇ ਵੀ ਸ਼ਲਾਘਾ ਕੀਤੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।